ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਟੀਚਰਾਂ ਦੀ ਜੋ ਪ੍ਰਦਰਸ਼ਨ ਕਰ ਰਹੇ ਨੇ ਨੌਕਰੀ ਦੇ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ। ਤੇ ਜਿਸ ਤਰੀਕੇ ਨਾਲ ਗੱਲਬਾਤ ਹੋਈ ਹੈ ਪ੍ਰਾਈਮ ਟਾਈਮ ਦੇ ਵਿੱਚ ਇਹ ਜ਼ਰੂਰੀ ਹੈ ਕਿ ਬਿਲਕੁਲ ਤੱਥ ਤੁਹਾਡੇ ਤੱਕ ਪਹੁੰਚਣ, ਸਾਡੇ ਦਰਸ਼ਕਾਂ ਤੱਕ ਪਹੁੰਚਣ। ਚਰਚਾ ਦੀ ਇੱਕ ਵਾਰ ਫਿਰ ਤੋਂ ਸ਼ੁਰੂਆਤ ਕਰਦੇ ਹਾਂ। ਸਾਡੇ ਨਾਲ ਪ੍ਰਿੰਸ ਖੁੱਲਰ ਜੀ ਜੁੜੇ ਹੋਏ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸਾਡੇ ਨਾਲ ਇਸ ਵਿਚਾਲੇ ਜਿਹੜੇ ਪ੍ਰਦਰਸ਼ਨਕਾਰੀ ਕੱਚੇ ਅਧਿਆਪਕ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਹੁਣ ਸਾਡੇ ਨਾਲ ਅਜਮੇਰ ਜੀ ਜੁੜ ਚੁੱਕੇ ਨੇ। ਅਜਮੇਰ ਜੀ ਸਵਾਗਤ ਹੈ ਤੁਹਾਡਾ। ਤੇ ਸਾਡੇ ਨਾਲ ਜਗਬੀਰ ਜੀ ਵੀ ਜੁੜੇ ਹੋਏ ਨੇ ਲਗਾਤਾਰ ਫੋਨ ਲਾਈਨ ਦੇ ਉੱਤੇ। ਸ਼ੁਰੂਆਤ ਅਜਮੇਰ ਜੀ ਮੈਂ ਤੁਹਾਡੇ ਤੋਂ ਕਰਨ ਜਾ ਰਿਹਾ। ਬ੍ਰੇਕ ਤੋਂ ਪਹਿਲਾਂ ਦਵਿੰਦਰ ਜੀ ਜੁੜੇ ਹੋਏ ਸੀ ਤੇ ਹੁਣ ਗੱਲ ਇਹ ਹੋ ਰਹੀ ਹੈ, ਸਰਕਾਰ ਕਹਿੰਦੀ ਹੈ ਕਿ ਪਹਿਲਾਂ ਇਹ ਯੂਨੀਅਨ ਇਕੱਠੀ ਸੀ, ਜਾ ਕੇ ਗੱਲਬਾਤ ਕਰੀ ਸਰਕਾਰ ਨਾਲ, ਮੰਗਾਂ ਮੰਨ ਲਈਆਂ ਗਈਆਂ, ਕੁਝ ਸ਼ਰਤਾਂ ਰੱਖ ਦਿੱਤੀਆਂ ਗਈਆਂ, ਉਹਨਾਂ ਦੇ ਉੱਤੇ ਵੀ ਇਹਨਾਂ ਨੇ ਮੋਹਰ ਲਗਾ ਦਿੱਤੀ। ਹੁਣ ਕੁਝ ਲੋਕਾਂ ਨੂੰ ਪਸੰਦ ਨਹੀਂ ਆਈ, ਉਹ ਬਾਹਰ ਜਾ ਕੇ ਫਿਰ ਉਸ ਯੂਨੀਅਨ ਤੋਂ ਪ੍ਰਦਰਸ਼ਨ ਕਰ ਰਹੇ ਨੇ। ਸਰਕਾਰ ਦੇ ਨੁਮਾਇੰਦੇ ਤਾਂ ਇਹ ਵੀ ਕਹਿੰਦੇ ਨੇ ਕਿ 500-700 ਹਜ਼ਾਰ ਨੇ, ਇਸ ਤੋਂ ਜ਼ਿਆਦਾ ਨਹੀਂ ਹੈਗੇ ਤੁਸੀਂ। ਅਜਮੇਰ ਜੀ ਸਰ ਇੰਜ ਕਰਦੇ ਆ, ਜੇ ਇਹ ਕੁਐਸਚਨ ਦਾ ਆਨਸਰ ਲੈਣਾ ਹੈ ਆਪਾਂ ਇਹਨਾਂ ਨੂੰ ਇੱਥੇ ਰੋਕ ਲੈਂਦੇ ਆ ਇੱਕ ਦਿਨ ਦੇ ਲਈ। ਜਿਹੜੇ ਕਹਿੰਦੇ 500 ਹੈ, ਜਿਹੜਾ ਕਹਿੰਦਾ 5000 ਹੈ, ਮੈਂ ਨਾ 10000 ਕਹਾਂ, ਆਪਾਂ ਕੱਲ ਨੂੰ ਇੱਥੇ ਬੁਲਾ ਲੈਂਦੇ ਆ, ਨਜ਼ਾਰਾ ਕਰ ਦਾਂਗੇ। 5 ਹੈ ਜਾਂ 5000 ਹੈ ਜਾਂ 10000 ਹੈ 15000 ਹੈ, ਉਹ ਸਾਰੇ ਇੱਥੇ ਸੱਦ ਲੈਂਦੇ ਆ ਕੱਲ ਨੂੰ। ਆ ਜਿਹੜਾ ਦੂਜਾ ਤੁਸੀਂ ਬੰਦਾ ਜੋੜਿਆ ਹੈ, ਮੈਂ ਤਾਂ ਹੈਰਾਨ ਆ ਵੀ ਤੁਸੀਂ ਇੱਕ ਗੱਲ ਦੱਸੋ ਜੀ, ਇਹ ਜਿਹੜਾ ਐਸੋਸੀਏਸ਼ਨ ਦਾ ਸਾਡੀ ਦਾ ਪ੍ਰਧਾਨ ਹੀ ਨਹੀਂ ਹੈ, ਨਾ ਸਾਡਾ ਕੋਈ ਮੈਂਬਰ ਇਹ ਬੰਦੇ ਨੂੰ ਜੋੜਿਆ ਕਿਉਂ? ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਪ੍ਰਸ਼ਨ ਲੈ ਕੇ ਦਿਓ ਇੱਥੋਂ। ਅਸੀਂ ਐਸੋਸੀਏਸ਼ਨ ਟੈਂਪਰੇਰੀ ਤੁਸੀਂ ਨਹੀਂ ਡਿਸਾਈਡ ਕਰੋਗੇ ਸਰ ਕਿਹਨੂੰ ਜੋੜਨਾ ਮੈਂ ਕਿਹਨੂੰ ਨਹੀਂ। ਟੈਂਪਰੇਰੀ ਮੈਂ ਮਾਫੀ ਚਾਹੂੰਗਾ ਅਜਮੇਰ ਜੀ, ਤੁਸੀਂ ਡਿਸਾਈਡ ਨਹੀਂ ਕਰੋਗੇ ਮੈਂ ਕਿਹਨੂੰ ਜੋੜਨਾ ਜਾਂ ਕਿਹਨੂੰ ਨਹੀਂ। ਸਰ ਮੈਂ ਡਿਸਾਈਡ ਕਰੂੰਗਾ, ਨਿਊਜ਼ 18 ਦੀ ਟੀਮ ਡਿਸਾਈਡ ਕਰੇਗੀ। ਸਰ ਮੇਰੀ ਤੁਸੀਂ ਆਪਣਾ ਪੁਆਇੰਟ ਰੱਖੋ, ਤੁਸੀਂ ਆਪਣਾ ਪੁਆਇੰਟ ਰੱਖੋ। ਮੈਂ ਯੂਨੀਅਨ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਇੱਥੇ। ਮੈਂ ਮਾਫੀ ਚਾਹੂੰਗਾ, ਟੀਚਰਾਂ ਦੀ ਗੱਲ ਰੱਖ ਰਹੇ ਆ, ਤੁਸੀਂ ਮੇਰੇ ਪਰ ਕੁਐਸਚਨ ਨਾ ਚੁੱਕੋ ਕਿ ਮੈਂ ਕਿਹਨੂੰ ਜੋੜ ਲਿਆ ਕਿਹਨੂੰ ਨਹੀਂ। ਜੇ ਜਗਬੀਰ ਜੀ ਕੋਈ ਗੱਲ ਰੱਖ ਰਹੇ ਨੇ, ਸਰਕਾਰ ਦੇ ਨਾਲ ਜਾ ਕੇ ਉਹਨਾਂ ਨੇ ਗੱਲ ਕੀਤੀ ਸੀ ਤਾਂ ਬਣਦੀ ਹੈ, ਕੋਈ ਵੀ ਧਿਰ ਹੋਵੇ ਗੱਲ ਕਰਨੀ ਬਣਦੀ ਹੈ। ਤੁਸੀਂ ਆਪਣੀ ਗੱਲ ਰੱਖੋ ਅਜਮੇਰ ਜੀ। ਜੇਕਰ ਭਰਾਤਰੀ ਜਥੇਬੰਦੀਆਂ ਜੇਕਰ ਹੁੰਦੀਆਂ ਉਹ ਫੈਸਲਾ ਨਹੀਂ ਲੈਂਦੀਆਂ ਹੁੰਦੀਆਂ, ਇੱਥੇ ਵੀ ਜੀਟੀਯੂ ਵਾਲੇ ਡੀਟੀਐਫ ਵਾਲੇ ਆਏ ਹੋਏ ਆ, ਉਹ ਫੈਸਲਾ ਉਹਨਾਂ ਨੇ ਨਹੀਂ ਲੈਣਾ। ਫੈਸਲਾ ਜਿਹੜਾ ਉਹ ਯੂਨੀਅਨ ਲੈਂਦੀ ਆ। ਅਸੀਂ ਕੱਚੇ ਮੁਲਾਜ਼ਮ, ਕੱਚੇ ਅਧਿਆਪਕ ਯੂਨੀਅਨ ਪੰਜਾਬ ਤੋਂ ਅਸੀਂ 13000 ਅਧਿਆਪਕਾਂ, 5 ਕਨਵੀਨਰ ਆਏ ਹੋਏ ਆ। ਅਸੀਂ ਜੋ ਗਵਰਨਮੈਂਟ ਨੂੰ ਫੈਸਲਾ ਕਰਨਾ ਅਸੀਂ ਕਰਨਾ ਫੈਸਲਾ ਲਿਆ ਸੀ ਉਦੋਂ ਵਿਰੋਧ। ਠੀਕ ਹੈ ਜਗਬੀਰ ਜੀ, ਇੱਕ ਸੈਕਿੰਡ ਅਜਮੇਰ ਜੀ ਨੂੰ ਕੰਪਲੀਟ ਕਰ ਲੈਣ ਦਿਓ। ਅਜਮੇਰ ਜੀ ਨੂੰ ਕੰਪਲੀਟ ਕਰ ਲੈਣ ਦਿਓ। ਜਗਬੀਰ ਜੀ ਮੈਂ ਤੁਹਾਡੇ ਕੋਲ ਫੇਰ ਆਉਂਗਾ। ਅਜਮੇਰ ਜੀ ਸਰ ਐਕਚੁਅਲੀ ਗੱਲ ਇਹ ਆ ਵੀ ਐਸੋਸੀਏਸ਼ਨ ਹੈ ਜਿਹੜੀ ਪੰਜਾਬ ਭਰ ਦੇ ਵਿੱਚੋਂ 13000 ਅਧਿਆਪਕਾਂ ਦੇ 5 ਯੂਨੀਅਨਾਂ ਦੇ ਨੁਮਾਇੰਦੇ ਜਿਹੜੇ ਸਾਡੇ ਨਾਲ ਆ। ਪੂਰਾ ਜਿਹੜਾ ਇਕੱਠ ਹੈ ਜਿਹੜਾ ਸਾਡਾ ਹੈ, ਪਿਛਲੇ ਸਮੇਂ ਤੋਂ ਸਾਡੇ ਵਿੱਚੋਂ ਇਸ ਐਸੋਸੀਏਸ਼ਨ ਚੋਂ ਨਿਕਲ ਕੇ 2-4 ਲੋਕ ਆ ਜਿਹੜੇ ਭਰਾਤਰੀ ਜਥੇਬੰਦੀਆਂ ਦੇ ਨਾਲ ਜੁੜੇ ਜਾ ਕੇ, ਉਹ ਸਾਡੀ ਗੱਲ ਨੂੰ, ਜਦ ਕਿ ਤੁਸੀਂ ਇਹ ਦੇਖੋ ਕਦੇ ਇਹਨਾਂ ਨੇ ਰੋਸ ਮੁਜ਼ਾਹਰਾ ਕੀਤਾ ਹੋਵੇ ਜਾਂ ਕੋਈ ਰੈਲੀ ਕੀਤੀ ਹੋਵੇ, ਇਹ ਸਰਕਾਰ ਦੇ ਚਮਚੇ ਬਣ ਕੇ ਦੂਜੀਆਂ ਜਥੇਬੰਦੀਆਂ ਨਾਲ ਰਲ ਕੇ ਗਏ ਆ। ਸਾਡੇ ਉੱਤੇ ਅਸੀਂ ਵਾਰ-ਵਾਰ ਮੈਸੇਜ ਪਾਉਂਦੇ ਰਹੇ ਆ ਵੀ ਜਿਹੜਾ ਤੁਹਾਡਾ ਫੈਸਲਾ ਹੋਊਗਾ ਸਾਨੂੰ ਉਹ ਮਨਜ਼ੂਰ ਨਹੀਂ ਹੋਊਗਾ, ਨਾ ਤੁਸੀਂ ਸਾਡੀ ਕੋਈ ਯੂਨੀਅਨ ਦਾ ਹਿੱਸਾ ਹੋ। ਤੁਹਾਡਾ ਇਹਨਾਂ ਨੂੰ ਹੱਕ ਕਿਹਨੇ ਦਿੱਤਾ ਸੀ ਫੈਸਲੇ ਕਰਨ ਦਾ? ਠੀਕ ਹੈ ਅਜਮੇਰ ਜੀ, ਤੁਹਾਡੀ ਗੱਲ ਆ ਗਈ ਹੈ। ਹੁਣ ਤੁਸੀਂ ਥੋੜਾ ਜਿਹਾ ਹੋਲਡ ਰੱਖਿਓ, ਆਪਾਂ ਜਗਬੀਰ ਜੀ ਨਾਲ ਗੱਲ ਕਰਦੇ ਹਾਂ। ਜਗਬੀਰ ਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੀ ਯੂਨੀਅਨ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਮੈਂ ਪਹਿਲਾਂ ਵੀ ਪੁੱਛਿਆ ਸੀ ਤੁਹਾਨੂੰ ਕਿ ਤੁਸੀਂ ਜਦੋਂ ਜਾ ਕੇ ਸਰਕਾਰ ਦੇ ਨਾਲ ਮੁਲਾਕਾਤਾਂ ਕਰ ਰਹੇ ਸੀ, ਤੁਸੀਂ ਕਿਹੜੇ ਬਿਹਾਫ ਦੇ, ਕਿਸ ਦੇ ਬਿਹਾਫ ਦੇ ਉੱਤੇ ਜਾ ਕੇ ਗੱਲਬਾਤ ਕਰ ਰਹੇ ਸੀ? ਪ੍ਰੋਵਾਈਡਰ ਅਧਿਆਪਕ ਯੂਨੀਅਨ ਦਾ ਸੂਬਾ ਕਨਵੀਨਰ ਹੈ ਜੀ ਅਸੀਂ। ਕਿਹੜੀ ਯੂਨੀਅਨ ਦੁਬਾਰਾ ਦੱਸ ਦਿਓ ਇੱਕ ਵਾਰ। ਸੂਬਾ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ। ਠੀਕ ਹੈ। ਤੇ ਸਰ ਇੱਕ ਗੱਲ ਪੁੱਛੋ, ਅਜਮੇਰ ਜੀ ਕਹਿੰਦੇ ਨੇ ਵੀ ਅਸੀਂ ਇਹਦੇ ਫੈਸਲੇ ਕਦੇ ਮੰਨੇ ਨਹੀਂ। ਇਹਨਾਂ ਨੇ ਇੱਕ ਗੱਲ ਪੁੱਛੋ, ਜਿਹੜਾ ਦਿੱਲੀ ਤੋਂ ਕੋਰਸ ਕਰਾਇਆ ਹੈ ਉਹ ਇਹਨਾਂ ਨੇ ਕੀਤਾ ਜਾਂ ਨਹੀਂ ਕੀਤਾ? ਸਾਡੇ ਪਿੱਛੇ ਲੱਗ ਕੇ ਪੁੱਛੋ ਇਹਨਾਂ ਤੋਂ। ਨਹੀਂ ਫਿਰ ਤੁਸੀਂ ਇਹ ਗੱਲ ਦੱਸੋ ਨਾ ਜਗਬੀਰ ਜੀ, ਜੇ 13000 ਲੋਕ ਤੁਹਾਡੇ ਨਾਲ ਸਹਿਮਤ ਨਹੀਂ ਸੀ, ਤੁਸੀਂ ਸਰਕਾਰ ਦੇ ਕੋਲ ਜਾ ਕੇ ਕਹਿਤਾ ਕਿ ਠੀਕ ਹੈ, ਫਿਰ ਤੁਹਾਨੂੰ ਪ੍ਰਧਾਨ ਕਿਉਂ ਬਣਾਇਆ ਕਿਸੇ ਨੇ ਉੱਥੇ? ਇੱਕ ਗੱਲ ਦਾ ਜਵਾਬ ਦਿਓ ਜੀ। 2 ਸਾਲ ਪਹਿਲਾਂ ਅਸੀਂ ਇਹ ਫੈਸਲਾ ਲਿਆ ਸੀ ਸਰਕਾਰ ਨਾਲ ਮਿਲ ਕੇ। ਸਰਕਾਰ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਐਨਟੀਟੀ ਦਾ ਕੋਰਸ ਕਰ ਲਓ, ਦਿੱਲੀ ਤੋਂ ਡੀਸੀ ਦਾ ਕੋਰਸ ਅਸੀਂ ਤੁਹਾਨੂੰ ਪੱਕੇ ਕਰ ਦਾਂਗੇ। ਤੁਹਾਡੇ ਉੱਤੇ ਕਾਂਗਰਸੀ ਹੋਣ ਦਾ ਇਲਜ਼ਾਮ ਲਗਾ ਰਹੇ ਨੇ, ਤੁਹਾਡੇ ਉੱਤੇ ਕਾਂਗਰਸੀ ਹੋਣ ਦਾ ਇਲਜ਼ਾਮ ਲਗਾ ਰਹੇ ਨੇ ਅਜਮੇਰ ਜੀ। ਸਰ ਇਹਨਾਂ ਤੋਂ ਜਵਾਬ ਮੰਗੋ ਵੀ 2 ਸਾਲ ਪਹਿਲੇ ਕਿਉਂ ਨਹੀਂ ਬੋਲੇ? ਅੱਜ ਪੇਪਰਾਂ 'ਚੋਂ ਰਹਿ ਗਏ ਜਾਂ ਪ੍ਰੋਜੈਕਟ 'ਚੋਂ ਰਹਿ ਗਏ ਜਾਂ ਕਿਸੇ ਕਾਰਨ ਤੇ ਕਰਕੇ ਇਹ ਅਪਲਾਈ ਨਹੀਂ ਕਰ ਸਕਦੇ, ਇਹਨਾਂ ਦਾ ਕ੍ਰਾਈਟੇਰੀਆ ਨਹੀਂ ਪੂਰਾ, ਅੱਜ ਕਿਉਂ ਬੋਲੇ ਨੇ ਤੁਸੀਂ? ਇੱਕ ਗੱਲ ਮੈਂ ਪੁੱਛ ਲੂੰਗਾ, ਮੈਂ ਪੁੱਛਾਂਗਾ ਕਿ 2 ਸਾਲ ਕਿੱਥੇ ਸੀ ਅਜਮੇਰ ਜੀ ਉਹਨਾਂ ਦੇ ਸਾਥੀ। ਪਰ ਜਗਬੀਰ ਜੀ ਇੱਕ ਪੁਆਇੰਟ ਦਾ ਜਵਾਬ ਦਿਵੋ ਤੁਸੀਂ ਕਿ ਜਦੋਂ ਤੁਸੀਂ ਸਰਕਾਰ ਦੇ ਨਾਲ ਸਹਿਮਤੀ ਜਤਾਈ ਜਿਸ ਪੁਆਇੰਟ ਦੇ ਉੱਤੇ, ਤੁਸੀਂ ਆਪਣੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਪੁੱਛਿਆ? ਸਰ ਯੂਨੀਅਨ ਦੇ ਨੁਮਾਇੰਦੇ ਅਸੀਂ ਸੀ, ਸਾਡੇ ਨਾਲ ਸਾਰੀਆਂ ਜ਼ਿਲ੍ਹਾ ਕਮੇਟੀਆਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਸਾਡੇ ਨਾਲ 5 ਸਿੱਖਿਆ ਪ੍ਰੋਵਾਈਡਰ EGS, AI, STR, IEB ਟੀਚਰ ਯੂਨੀਅਨ ਦੇ ਨੁਮਾਇੰਦੇ ਨੇ ਜੀ। ਸਾਰੇ ਅਸੀਂ ਮਿਲ ਕੇ ਸਹਿਮਤੀ ਨਾਲ ਫੈਸਲਾ ਲਿਆ ਜੀ। ਉਸ ਤੋਂ ਬਾਅਦ ਸਾਰਿਆਂ ਨੂੰ ਅਸੀਂ
ਕਿਹਾ ਵੀ ਤੁਸੀਂ ਡੀਸੀ ਦਾ ਕੋਰਸ ਕਰੋ। ਸਣੇ ਅਜਮੇਰ ਜੀ ਜਾਂ ਜਿੰਨੇ ਲੋਕ ਧਰਨੇ 'ਚ ਬੈਠੇ ਨੇ, ਤੁਸੀਂ ਪਤਾ ਕਰ ਲਓ ਜੇ ਕਿਸੇ ਨੇ ਉਹ ਕੋਰਸ ਨਾ ਕੀਤਾ ਹੋਵੇ। ਅੱਜ ਜਿਹੜੇ ਬੰਦੇ ਅੜ ਗਏ ਨੇ, ਜਿਹੜੇ ਬੰਦਿਆਂ ਨੂੰ ਲੱਗਦਾ ਵੀ ਅਸੀਂ ਟੈਸਟ ਨਹੀਂ, ਉਹ ਟੈਸਟ ਰੱਦ ਕਰਾਉਣ ਦੀਆਂ ਗੱਲਾਂ ਕਰਦੇ ਨੇ। ਤੁਸੀਂ ਦੱਸੋ ਪਹਿਲਾਂ ਕਿਹੜਾ ਟੈਸਟ ਕਲੀਅਰ ਕਰ ਲਿਆ? ਜਗਬੀਰ ਜੀ ਤੁਸੀਂ ਦੱਸ ਦਿਓ ਕਿਹੜਾ ਟੈਸਟ ਕਲੀਅਰ ਕਰ ਲਿਆ? ਹਾਂਜੀ, ਕਿਹੜਾ ਟੈਸਟ ਕਲੀਅਰ ਕਰ ਲਿਆ ਤੁਸੀਂ? ਸਰ ਡੀਸੀ ਦਾ ਕੋਰਸ ਕਿਹਾ ਸੀ ਸਰਕਾਰ ਵੱਲੋਂ ਦਿੱਲੀ ਤੋਂ ਕਰਨ ਨੂੰ, ਤੇ ਸਾਨੂੰ ਕਿਹਾ ਸੀ ਅਸੀਂ ਪੋਸਟਾਂ ਕੱਢਾਂਗੇ। ਸਰਕਾਰ ਨੇ ਅੱਜ ਪੋਸਟਾਂ ਵੀ ਕੱਢੀਆਂ ਨੇ। ਉਮਰ ਕਿੰਨੀ ਹੈ ਤੁਹਾਡੀ? ਸਰ ਮੇਰੀ ਉਮਰ 34 ਹੈ, 34 ਸਾਲ ਹੈ ਜੀ। ਜਿਨ੍ਹਾਂ ਦੀ 50 ਸਾਲ ਉਮਰ ਹੈ ਉਹ ਵੀ ਟੈਸਟ ਕਲੀਅਰ ਕਰਨ? ਸਰ ਉਮਰ ਤੋਂ ਛੋਟ ਮਿਲੀ ਹੈ ਜੀ ਉਹਨਾਂ ਨੂੰ। ਨਹੀਂ, ਉਹਨਾਂ ਦਾ 25 ਸਾਲ ਦਾ ਮੁੰਡਾ ਹੋਏਗਾ, ਕਈਆਂ ਦਾ ਜਿਨ੍ਹਾਂ ਦੀ 50 ਸਾਲ ਉਮਰ ਹੈ ਉਹ ਜਾ ਕੇ ਟੈਸਟ ਦੇਣ। ਸਰ ਇਹਦੇ ਵਿੱਚ ਉਮਰ ਦੀ ਕੋਈ ਸ਼ਰਤ ਨਹੀਂ ਹੈਗੀ। ਨਹੀਂ ਸਰ, ਉਮਰ ਦੀ ਸ਼ਰਤ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਉਮਰ ਦੀ ਸ਼ਰਤ ਦੀ ਥੋੜੀ ਗੱਲ ਹੋ ਰਹੀ ਹੈ। ਗੱਲ ਤਾਂ ਕਰ ਰਹੇ ਹਾਂ ਕਿ ਜਿਨ੍ਹਾਂ ਦੀ 50 ਸਾਲ ਉਮਰ ਹੋਗੀ, ਤੁਸੀਂ ਉਹਨਾਂ ਵਾਸਤੇ ਵੀ ਹਾਮੀ ਭਰਿਆ ਏ ਕਿ ਠੀਕ ਹੈ ਉਹ ਵੀ ਟੈਸਟ ਦੇ ਦੇਣਗੇ। ਜਦੋਂ ਹਾਮੀ ਭਰੀ ਸੀ ਸਭ ਦੀ ਸਹਿਮਤੀ ਸੀ ਸਰ, ਅਸੀਂ ਕੋਈ ਕਰਨਾ ਸਹੀ ਫੈਸਲਾ ਨਹੀਂ ਲਿਆ। ਠੀਕ ਹੈ, ਇੱਕ ਸੈਕਿੰਡ ਹੋਲਡ ਕਰੋ ਅਜਮੇਰ ਜੀ, ਹੁਣ ਤੁਸੀਂ ਆਪਣੀ ਗੱਲ ਰੱਖੋ। ਅਜਮੇਰ ਜੀ 2 ਪੁਆਇੰਟ ਨੇ। ਇੱਕ ਸੈਕਿੰਡ ਜਗਬੀਰ ਜੀ, ਦੇਖੋ ਇੱਕ ਸੈਕਿੰਡ ਜਗਬੀਰ ਜੀ, ਤੁਸੀਂ ਆਪਣੀ ਗੱਲ ਰੱਖੀਏ ਬਹੁਤ ਤਫਸੀਲ ਦੇ ਨਾਲ। ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਹਰ ਇੱਕ ਧੜੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਤੇ ਜੋ ਵੀ ਇਸ ਸਮੇਂ ਪੱਖ ਆ ਉਹ ਸਾਹਮਣੇ ਆਉਣਾ ਚਾਹੀਦਾ ਹੈ। ਅਜਮੇਰ ਜੀ, ਬੇਸ਼ੱਕ ਤੁਹਾਨੂੰ ਚੰਗਾ ਨਹੀਂ ਲੱਗਿਆ ਕਿ ਜਗਬੀਰ ਜੀ ਨੂੰ ਮੈਂ ਨਾਲ ਜੋੜ ਲਿਆ, ਪਰ ਉਹ ਵੀ ਇੱਕ ਯੂਨੀਅਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਹੁਣ ਸਵਾਲ ਇਹ ਹੈ, ਇੱਕ ਤਾਂ ਜਗਬੀਰ ਜੀ ਕਹਿ ਰਹੇ ਨੇ ਕਿ 2 ਸਾਲ ਜਦੋਂ ਪਹਿਲਾਂ ਗੱਲਬਾਤ ਫਾਈਨਲ ਹੋ ਗਈ ਸੀ, ਤੁਸੀਂ ਉਸ ਵੇਲੇ ਪ੍ਰਦਰਸ਼ਨ ਕਿਉਂ ਨਹੀਂ ਕੀਤੇ ਜਾਂ ਉਸ ਸਮੇਂ ਤੁਸੀਂ ਕਿੱਥੇ ਸੀ? ਤੇ ਦੂਜਾ ਉਹ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਤੋਂ ਪ੍ਰੋਜੈਕਟ ਨਹੀਂ ਕਲੀਅਰ ਹੋ ਰਹੇ ਜਾਂ ਕੋਈ ਟੈਸਟ ਕਲੀਅਰ ਨਹੀਂ ਹੋ ਰਿਹਾ, ਉਹੀ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਨੂੰ ਹੀ ਪ੍ਰੋਬਲਮ ਹੈ। ਸਰ 2 ਕੁਐਸਚਨਾਂ ਦੇ ਜਵਾਬ ਲੈ ਲਓ ਪਹਿਲਾਂ, ਫਿਰ ਤੀਸਰੇ ਤੇ ਆ ਜਾਾਂਗੇ ਆਪਾਂ। ਜਿਹੜੇ 2 ਸਾਲ ਦੀ ਗੱਲ ਕਰ ਰਹੇ ਆ, ਇਹ ਉਸ ਸਮੇਂ ਜਿਹੜੀ 2 ਸਾਲ ਦੇ ਵਿੱਚ ਸੀ, 2019 ਦੀ ਗੱਲ ਹੈ। 8 ਮਾਰਚ 2019 ਨੂੰ ਇਹ ਸਿੱਟ ਬਿਠਾਈ ਸੀ, 3 ਮਹੀਨਿਆਂ ਦੇ ਲਈ ਕਮੇਟੀ ਬਿਠਾਈ ਸੀ। ਗੱਲ ਇਹ ਹੋਈ ਸੀ ਕੱਚੇ ਅਧਿਆਪਕਾਂ ਨੂੰ ਈਟੀਟੀ ਦੀ ਪੋਸਟ ਤੇ ਲਵਾਇਆ ਜਾਊਗਾ। ਇਹਨਾਂ ਦਾ ਜਿਹੜੇ ਰਿੰਗ ਲੀਡਰ ਹੈ ਉਹਨਾਂ ਨੂੰ ਪੁੱਛ ਲਓ, ਨਾਲ ਲੈ ਲਓ ਭਾਵੇਂ ਦੀ, ਉਹਨਾਂ ਨੂੰ ਵੀ ਇਹਨਾਂ ਨੇ ਕਿਹਾ 3 ਮਹੀਨਿਆਂ ਦੇ ਵਿੱਚ ਕਮੇਟੀ ਰਿਪੋਰਟ ਦੇਊਗੀ, ਈਟੀਟੀ ਦੀ ਪੋਸਟ ਦੇ ਉੱਤੇ ਲਵਾਇਆ ਜਾਊਗਾ। ਜਦ ਕਿ ਉਥੋਂ ਹਟ ਕੇ ਇਹ ਫੈਸਲਾ ਹੁੰਦਾ ਹੋਇਆ ਡੀਸੀ ਦੇ ਡਿਪਲੋਮੇ ਦੇ ਉੱਤੇ ਆਇਆ। ਡੀਸੀ ਦੀਆਂ ਪੋਸਟਾਂ ਜਿਹੜੀਆਂ ਇਹ ਸੈਂਟਰ ਨੇ ਜਿਹੜੀ ਨਰਸਰੀ ਦੀ ਪੋਸਟ ਚਲਾਈ ਸੀ, ਨਰਸਰੀ ਕਲਾਸ ਚਲਾਈ ਸੀ, ਉਹਦੇ ਉੱਤੇ ਇਹਨਾਂ ਨੇ ਨਵੀਂ ਡਿਮਾਂਡ ਗਵਰਨਮੈਂਟ ਨੇ ਬਣਾਉਣੀ ਹੋਈ ਸੀ। ਇਹਨਾਂ ਨੂੰ ਭੁਲੇਖਾ ਦਿੱਤਾ ਗਿਆ 2 4 5 ਲੋਕਾਂ ਨੂੰ। ਜੇਕਰ ਇਹਨਾਂ ਕੋਲੇ ਕੋਈ ਇਦਾਂ ਦਾ ਰਿਕਾਰਡ ਹੈ ਵੀ ਜਿਹੜੇ ਕਹਿੰਦੇ ਅਸੀਂ ਸਾਰੇ ਲੋਕਾਂ ਦੀ ਸਹਿਮਤੀ ਨਾਲ ਗਏ ਆ, ਉਹ ਰਿਕਾਰਡ ਦੇ ਦੇਣ ਸਾਨੂੰ। ਜੇ 13000 ਬੰਦੇ ਦਾ ਕੋਈ ਰਿਸਪੌਂਸ ਇਹਨਾਂ ਕੋਲ ਹੈ, ਰਿਸਪੌਂਸ ਰਿਕਾਰਡਡ ਹੈਗਾ ਵੀ ਜਿਨ੍ਹਾਂ ਨੇ ਇਹਨਾਂ ਨੂੰ ਹਾਂ ਕੀਤੀ ਸੀ ਵੀ ਅਸੀਂ ਡੀਸੀ ਦਾ ਡਿਪਲੋਮਾ ਕਰਦੇ ਹਾਂ, ਉਸ ਤੋਂ ਬਾਅਦ ਸਾਨੂੰ ਪੱਕੇ ਕਰਾ ਦਿਓ, ਇਹਨਾਂ ਨੂੰ ਕਹਿ ਦਿਓ ਰਿਕਾਰਡ ਦੇ ਦਿਓ ਸਾਨੂੰ, ਕਿਹਨੇ ਹਾਂ ਕੀਤੀ ਸੀ ਤੁਹਾਨੂੰ। ਆ 5 ਬੰਦੇ ਆ, ਪੰਜਾਂ ਤੋਂ ਹਟ ਕੇ 3 ਬੰਦੇ ਆ ਗਏ। ਦੁਬਾਰਾ ਪੁੱਛ ਰਹੇ ਹਾਂ। ਹਾਂ ਜੀ ਅਜਮੇਰ ਜੀ, ਇੱਕ ਚੀਜ਼ ਹੋਰ ਪੁਆਇੰਟ ਮੈਂ ਦੁਬਾਰਾ ਪੁੱਛ ਰਿਹਾ ਕਿ ਕਿੰਨੇ ਮੁਲਾਜ਼ਮ ਨੇ, ਕਿੰਨੇ ਕੱਚੇ ਮੁਲਾਜ਼ਮ ਜਿਹੜੇ ਅੱਜ ਪ੍ਰਦਰਸ਼ਨ ਕਰ ਰਹੇ ਨੇ, ਚਾਹੇ ਪਹੁੰਚੇ ਜਾਂ ਚਾਹੇ ਨਹੀਂ ਪਹੁੰਚੇ, ਜਿੰਨੇ ਵੀ ਤੁਸੀਂ ਹੈਗੇ ਹੋ, ਕਿੰਨੀ ਹੈ ਤਾਦਾਦ? ਇਹ ਸਰ ਤਾਦਾਦ ਹੈ ਜਿਹੜੀ ਸਾਡੀ ਇੱਥੇ 1000 ਤੋਂ ਮਹਾਲੀ ਇਕੱਠ ਬੁਲਾਇਆ ਸੀ, ਸਿਰਫ 1000 ਤੋਂ ਪਲੱਸ ਹੈ ਜੀ। ਇੱਕ ਸੈਕਿੰਡ ਜਗਬੀਰ ਜੀ, ਇੱਕ ਸੈਕਿੰਡ ਜਗਬੀਰ ਜੀ ਹੋਲਡ ਕਰ ਲਓ ਥੋੜਾ ਜਿਹਾ, ਸਾਰਿਆਂ ਨੂੰ ਗੱਲ ਰੱਖਣ ਦਾ ਮੌਕਾ ਦਿਓ। ਅਜਮੇਰ ਜੀ ਸਰ, ਇਹਨਾਂ ਦੀ ਗਿਣਤੀ ਭਾਵੇਂ ਦੀ ਪ੍ਰਦਰਸ਼ਨਕਾਰੀਆਂ ਦੇ ਇੱਥੇ 500 ਹੈ ਜਾਂ 1000 ਹੈ ਜਾਂ 2000 ਹੈ। ਮੈਂ ਇੱਕ ਅਗਲਾ ਕੁਐਸਚਨ ਦਾ ਜਵਾਬ ਦੇ ਦਿੰਨਾ। ਜਿਹੜਾ ਇਹ ਕਹਿੰਦੇ ਸੀ ਡੀਸੀ ਦਾ ਡਿਪਲੋਮਾ ਇਹ ਫੇਲ ਹੈ, ਮੈਂ ਹੁਣੇ ਆਪਦੇ ਘਰ ਤੋਂ ਲਾਈਵ ਤੁਹਾਨੂੰ ਸਰਟੀਫਿਕੇਟ ਵਿਖਾ ਦਿੰਨਾ। ਇਹਨਾਂ ਦੇ ਵਿੱਚੋਂ ਜਿਹੜੇ ਪਹੁੰਚੇ ਹੋਏ ਲੋਕ ਹੈ, ਇਹ ਯਕੀਨਨ ਇਹ ਗੱਲ ਵਾਕਈ ਕਹਿੰਦੇ ਆ ਵੀ ਇਹ ਡੀਸੀ ਦਾ ਡਿਪਲੋਮਾ ਫੇਲ ਨੇ। ਮੈਂ ਲਾਈਵ ਦੇ ਉੱਤੇ ਹੁਣੇ ਘਰ ਤੋਂ ਡਾਕੂਮੈਂਟਸ ਲਾਈਵ ਕਰਾ ਦਿੰਦਾ। ਅਗਲੀ ਗੱਲ 6 ਐਮਏ ਲਾਈਵ ਕਰਾਉਂਗਾ। 6 ਐਮਏ ਕੀਤੀਆਂ, ਮਾਸਟਰ ਡਿਗਰੀਆਂ, ਬੀਐਡ ਕੀਤੀ ਹੈ, ਟੈਟ ਵੀ 90 ਨੰਬਰਾਂ ਨਾਲ ਨਹੀਂ ਪਾਸ ਕੀਤਾ, 112 ਨੰਬਰ ਨਾਲ ਕੀਤਾ ਹੈ। ਸਰ ਮੈਂ ਵੀ ਐਵੇਂ ਨਹੀਂ ਤੁਰਿਆ ਫਿਰਦਾ, ਪਰ ਮਜਬੂਰੀ ਵਿੱਚ ਸਾਨੂੰ ਪਤਾ ਸੀ ਸਾਡੇ ਕੋਲ ਕੋਈ ਰਸਤਾ ਨਹੀਂ, ਸਾਨੂੰ ਫੈਸਲਾ ਲੈਣਾ ਪਿਆ। ਇਹ 3 ਬੰਦਿਆਂ ਨੂੰ ਫੈਸਲਾ, ਇਹ 3 ਬੰਦਿਆਂ ਨੂੰ ਕਿਹਨੇ ਹੱਕ ਕਿਹਨੇ ਦਿੱਤਾ ਸੀ ਫੈਸਲਾ? ਜਗਬੀਰ ਜੀ ਦੱਸੋ ਨਾ ਕਿਹੜੇ ਲੋਕ ਸੀਗੇ ਜਿਹੜੇ ਤੁਹਾਡੇ ਨਾਲ ਸੀ, ਜਿਨ੍ਹਾਂ ਨੇ ਫੈਸਲੇ ਦੇ ਉੱਤੇ ਮੋਹਰ ਲਗਾ ਦਿੱਤੀ? ਇਹਨਾਂ ਤੋਂ ਰਿਕਾਰਡ ਮੰਗਾਓ ਜੀ, ਕਿੰਨੇ ਬੰਦੇ ਸੀ ਇਹਨਾਂ ਦੇ ਨਾਲ ਉਦੋਂ, ਇਹਨਾਂ ਤੋਂ ਰਿਕਾਰਡ ਮੰਗਾਓ, ਅਸੀਂ ਤਿਆਰ ਹਾਂ। ਇਹ ਕੀ ਗੱਲਾਂ ਕਰਦੇ ਜਗਬੀਰ ਜੀ, ਕਿਹੜੇ ਲੋਕ ਸੀ, ਕਿੰਨੇ ਲੋਕ ਸੀ, ਦੱਸੋ ਨਾ ਕੋਈ ਤਾਦਾਦ। ਚਮਚੇ ਤੇ 3 ਜਣੇ ਆ ਜਾਂਦੇ ਰਹੇ ਹੈ, ਇਹਨਾਂ ਕੋਲ ਰਿਕਾਰਡ ਮੰਗਾਓ। ਬੋਲੋ ਜਗਬੀਰ ਜੀ, ਮੰਗਾਓ ਕਿੰਨੇ ਲੋਕਾਂ ਦੀ ਵੋਟਿੰਗ ਹੈ ਇਹਨਾਂ ਕੋਲ ਜਿਨ੍ਹਾਂ ਨੇ ਹਾਂ ਕੀਤੀ ਸੀ ਵੀ ਅਸੀਂ ਡਿਪਲੋਮਾ ਕਰਕੇ ਪੱਕੇ ਹੋਣ ਨੂੰ ਤਿਆਰ ਹਾਂ। ਅਗਲੀ ਗੱਲ ਹੋਰ, ਜੇ ਤੁਹਾਡਾ 600 ਬੰਦਾ ਬੈਠਾ ਹੈ, ਜੇ ਤੁਹਾਡਾ 600 ਬੰਦਾ ਬੈਠਾ ਤਾਂ ਘਰ ਬੈਠਾ ਬਾਕੀ 12000 1500 12000 ਬੰਦਾ ਸਾਡਾ ਰਿਕਾਰਡ ਆ। ਤੁਸੀਂ ਇਕੱਠ ਕਰੋ, ਕੱਲ ਸੱਦਾ ਦਿਓ ਸਾਰਿਆਂ ਨੂੰ ਤੇ ਤੁਸੀਂ ਇੰਜ ਕਰੋ, ਪੂਰਾ ਕਰੋ, ਦੇਖਦੇ ਆ। ਜੇ ਤੁਹਾਡਾ 600 ਬੰਦਾ ਬੈਠਾ ਹੈ, ਸਾਡੇ ਲਈ ਜਿਹੜੇ ਬੰਦੇ ਘਰ ਬੈਠੇ ਨੇ ਉਹ ਤਾਂ ਹੀ ਬੈਠੇ ਨੇ ਜੇ ਉਹਨਾਂ ਨੇ ਸਾਡੇ ਲਈ ਟੈਸਟ ਦੀ ਤਿਆਰੀ ਕਰ ਰਹੇ ਨੇ ਉਹ। ਪਰ ਤੁਸੀਂ ਇੱਕ ਗੱਲ ਸੋਚੋ, ਇਹ ਰਿਕਾਰਡ ਆ ਵੀ ਜੇ 600 ਬੰਦਾ ਬਾਹਲੀ ਬੈਠਾ ਹੈ ਤਾਂ ਸਿਰਫ ਉਹ ਤਾਂ ਬੈਠਾ ਹੈ ਕਿਉਂਕਿ ਤੁਹਾਡੇ ਕੋਲ ਗਿਣਤੀ ਜ਼ਿਆਦਾ ਨਹੀਂ ਹੈਗੀ। ਲੋਕਾਂ ਨੂੰ ਗੁੰਮਰਾਹ ਨਾ ਕਰੋ। ਤੁਸੀਂ ਲੋਕਾਂ ਨੂੰ ਕਹਿ ਰਹੇ ਹੋ 1.5 ਲੱਖ ਬੰਦੇ ਨੇ ਅਪਲਾਈ ਕੀਤਾ,
ਤੁਸੀਂ ਕਦੇ ਕਹਿੰਦੇ ਹੋ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਝੂਠੀਆਂ ਅਫਵਾਹਾਂ ਫੈਲਾ ਕੇ ਤੁਸੀਂ ਲੋਕਾਂ ਨੂੰ ਡਰਾ ਧਮਕਾ ਕੇ ਇੱਥੇ ਬੁਲਾ ਰਹੇ ਹੋ, ਜਦ ਕਿ ਤੁਹਾਨੂੰ ਵੀ ਪਤਾ ਨਹੀਂ। ਜਗਬੀਰ ਜੀ ਇੱਕ ਗੱਲ ਦੱਸੋ, ਜਗਬੀਰ ਜੀ ਇੱਕ ਗੱਲ ਦੱਸੋ, ਇੱਕ ਸੈਕਿੰਡ ਸਰ, ਇੱਕ ਸਵਾਲ ਦਾ ਜਵਾਬ ਦੇ ਦਿਓ। ਇਹ ਦੁਸ਼ਮਣ ਨੇ ਤੁਹਾਡੇ ਅਜਮੇਰ ਜੀ ਜਾਂ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ? ਸਰ ਇਹ ਗੱਲ ਤੁਹਾਨੂੰ ਸਮਝਣ ਦੀ ਲੋੜ ਹੈ। ਮੈਂ ਤੁਹਾਨੂੰ ਮੁੱਖ ਦੀ ਗੱਲ ਕਰ ਦਿੰਦਾ ਜੀ, ਵੀ ਜਦੋਂ ਅਸੀਂ ਸਰ ਮੁੱਖ ਦੀ ਗੱਲ ਕਰ ਦਿੰਦਾ, ਮੁੱਖ ਦੀ ਗੱਲ ਸੁੱਤੇ ਪਏ ਸੀ ਇਹ। ਨਹੀਂ, ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਨਾ ਕਿ ਜਗਬੀਰ ਵਰਸਸ ਅਜਮੇਰ ਅੱਜ ਕਿਉਂ ਹੋ ਰਿਹਾ? ਅੱਜ ਰਿਜ਼ਲਟ ਆਉਣ ਤੋਂ ਬਾਅਦ ਕਿਉਂ ਇਹਨਾਂ ਨੂੰ ਧਰਨੇ ਯਾਦ ਆ ਗਏ? ਇਹ ਬਿਲਕੁਲ ਲੋਕ ਪ੍ਰਧਾਨਗੀ ਵਾਲੇ ਨੇ, ਇਹਨਾਂ ਨੇ ਪ੍ਰਧਾਨਗੀ ਦਾ ਸੱਜ ਬੰਨ੍ਹ ਕੇ ਰੱਖਣਾ। ਨਹੀਂ ਜਗਬੀਰ ਜੀ, ਉਹ ਤਾਂ ਕਹਿੰਦੇ DAC ਵਾਲਾ ਜਿਹੜਾ ਸੀਗਾ ਟੈਸਟ ਸਾਡਾ ਕਲੀਅਰ ਹੋ ਚੁੱਕਿਆ ਹੈ। ਅਜਮੇਰ ਜੀ ਕਹਿੰਦੇ ਮੈਂ ਪਾਸ ਕੀਤਾ ਉਹ। ਲੋਕਾਂ ਦੀ ਸਹਿਮਤੀ ਨਾਲ ਬਣਾਇਆ ਪ੍ਰਧਾਨ ਨਹੀਂ, ਇਹ ਧੱਕੇ ਨਾਲ ਸਾਡੀ ਚੱਕੀ ਫਿਰਦੇ ਨੇ ਵੀ ਅਸੀਂ ਵੀ ਪ੍ਰਧਾਨਗੀ ਲੈਣੀ ਆ, ਜਦ ਕਿ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਰਲ ਕੇ ਚੱਲਣ ਨੂੰ ਤਿਆਰ ਰਹੇ ਆ, ਰਲ ਕੇ ਚੱਲਣ ਦੀ ਕੋਸ਼ਿਸ਼ ਕੀਤੀ ਆ, ਪਰ ਇਹਨੇ ਲੋਕਾਂ 'ਚ ਇਹਨਾਂ ਨੇ ਪਾੜਾ ਪਾ ਕੇ ਰੱਖਿਆ। ਹੁਣ ਲੋਕਾਂ ਨੇ ਜਿਨ੍ਹਾਂ ਦੀ ਫੇਰ ਆ ਗਈ। ਚਲੋ ਠੀਕ ਹੈ, ਇੱਕ ਸੈਕਿੰਡ ਆਪਾਂ ਕਾਂਗਰਸ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕਰ ਲਈਏ। ਪ੍ਰਿੰਸ ਖੁੱਲਰ ਜੀ, ਸ਼ਾਇਦ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਠੀਕ ਆ, ਆਹ ਕੰਮ ਠੀਕ ਹੋ ਗਿਆ ਕਿ ਤੁਸੀਂ ਜਗਬੀਰ ਜੀ ਨੂੰ ਲਿਆਂਦਾ ਤੇ ਹੁਣ ਇਹ ਆਪਸ ਦੇ ਵਿੱਚ ਉਲਝ ਰਹੇ ਜੀ। ਇਹਨਾਂ ਨੂੰ ਪਰ ਦੇਖੋ ਮੁੜ ਕੇ ਸਰਕਾਰ ਦੇ ਸਾਹਮਣੇ ਉਹੀ ਸਵਾਲ ਬੰਦਾ ਕੱਲ ਨੂੰ ਤੁਸੀਂ 12000 ਲੈ ਕੇ ਆਓ, ਇੱਕ ਪਾਸੇ 12000 ਠਾਲ ਦਿਓ, ਸਾਡਾ 500 ਹੈ, ਭਾਵੇਂ ਦੀ 5 ਬੰਦੇ ਵੀ ਕਹਿ ਦੇਣਾ, ਸਾਡਾ ਅਸੀਂ ਛੱਡਿਆ ਗੱਲ, ਸਾਡੀ ਗਿਣਤੀ ਵੀ ਹੈ ਨਹੀਂ। ਤੁਸੀਂ ਇਹਨਾਂ ਨੂੰ ਕੋਈ 12000 ਬੰਦਾ ਲੈ ਕੇ ਆਓ ਤੜਕੇ ਵੋਟਿੰਗ। ਹੁਣ ਤੁਸੀਂ ਇੱਕ ਕੰਮ ਕਰੋ, ਆਪਦੇ ਚੈਨਲ ਤੇ ਵੋਟਿੰਗ ਕਰਵਾ ਲਓ। ਕਿਹੜੇ ਮੁਲਾਜ਼ਮ ਸਿੱਧੇ ਰੈਗੂਲਰ ਹੋਣ ਦੇ ਲਈ ਅਜਮੇਰ ਔਲਖ ਦੇ ਨਾਲ ਸਿੱਧੇ ਜੁੜੇ ਹੋਏ ਆ? ਇਹਨਾਂ ਨਾਲ ਮਿੱਠੂ ਤੋਤਿਆਂ ਨੂੰ ਵੀ ਪੁੱਛ ਲਓ, ਮਿੱਠੂ ਤੋਤਿਆਂ ਨਾਲ ਕਿੰਨੇ ਜੁੜੇ ਹੋਏ ਜਿਹੜੇ ਸਰਕਾਰ ਦੇ ਇਹ ਚਮਚੇ ਲੋਕ ਆ? ਤਿੰਨਾਂ ਤੋਂ ਇਲਾਵਾ ਹੋਰ ਕਿੰਨੇ ਬੰਦੇ ਜੁੜੇ ਹੋਏ? ਜਗਬੀਰ ਜੀ, ਪ੍ਰਿੰਸ ਜੀ ਥੋੜਾ ਜਿਹਾ ਹੋਰ ਇੰਤਜ਼ਾਰ ਕਰਿਓ। ਜਗਬੀਰ ਜੀ ਬੋਲੋ ਹੁਣ। ਤੁਸੀਂ ਕਹਿ ਰਹੇ ਹੋ ਕਿ ਜਿਹੜੇ ਘਰ ਬੈਠੇ ਨੇ ਉਹ ਸਾਰੇ ਇਹਨਾਂ ਦੇ ਖਿਲਾਫ ਨੇ, ਉਹ ਤੁਹਾਡੇ ਨਾਲ ਨੇ। ਵੋਟਿੰਗ ਕਰਵਾਓ ਜੀ, ਵੋਟਿੰਗ ਕਰਵਾਓ, ਖੁੱਲਾ ਸੱਦਾ ਜਮਾ, ਲੋਕਲ ਲਪੇਟ ਹੈ ਨਹੀਂ ਕਿ ਕੁਝ ਕਿਸੇ ਵੀ ਗੱਲ ਦੀ। ਬੋਲੋ ਜਗਬੀਰ ਜੀ, ਜਗਬੀਰ ਜੀ ਜਵਾਬ ਦਿਓ। ਵੋਟਿੰਗ ਕਰਵਾਓ, ਵੋਟਿੰਗ ਕਰਵਾਓ। ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਸਾਰਿਆਂ ਨਾਲ ਗੱਲ ਕਰ ਲਈ ਸੀ। ਹਾਂ ਵੋਟਿੰਗ ਕਰਵਾਓ ਸਰ, ਸਹਿਮਤ ਹਾਂ ਅਸੀਂ। ਨਹੀਂ ਵੋਟਿੰਗ ਕੌਣ ਕਰਾਏਗਾ ਸਰ? ਹੁਣ ਵੋਟਿੰਗ ਤਾਂ ਤੁਸੀਂ ਦੇਖਣਾ ਨਾ ਕਿ ਤੁਹਾਡੇ ਨਾਲ ਕਿੰਨੇ ਨੁਮਾਇੰਦੇ ਨੇ। ਬਿਲਕੁਲ ਵੋਟਿੰਗ ਕਰਵਾਓ, ਅਸੀਂ ਤਿਆਰ ਖੜੇ ਆ। ਜਿਹੜੇ ਬੰਦੇ ਇਹਨਾਂ ਦੇ ਜੇ ਇਹ ਕਹਿੰਦੇ ਆ ਇਹ 500 ਗੱਲ ਕਰੋ ਨਾ, ਹੁਣ ਵੋਟਿੰਗ ਦਾ ਇਲੈਕਸ਼ਨ ਕਮਿਸ਼ਨ ਥੋੜੀ ਵੋਟਿੰਗ ਕਰਾਉਣ ਲੱਗ ਜਾਏਗਾ। 12000 ਬੰਦਾ ਲੈ ਕੇ ਆਉਣ। ਉਹ ਸਾਡੇ ਜਗਬੀਰ ਜੀ ਸਾਡੇ ਵਿਸ਼ਵਾਸ ਤੇ ਘਰ ਬੈਠੇ ਤਿਆਰੀ ਕਰ ਰਹੇ ਨੇ। ਜਿਹੜੇ ਬੰਦੇ ਇਹਨਾਂ ਦੇ ਨਾਲ ਨਹੀਂ ਆਏ, ਸਾਡੇ ਵਿਸ਼ਵਾਸ ਤੇ ਘਰ ਬੈਠੇ ਤਿਆਰੀ ਕਰ ਰਹੇ ਨੇ। ਜਿੰਨੀ ਗਿਣਤੀ ਘਰ ਬੈਠੀ ਆ ਉਹ ਸਾਡੀ ਗਿਣਤੀ ਦੇ ਵਿੱਚ ਐਡ ਕਰੀ ਜਾਵੇ, ਕਿਉਂਕਿ ਇਹਨਾਂ ਨੂੰ ਕਹੋ ਸੱਦਾ ਦੇ ਦਿਓ ਤੁਸੀਂ ਆਪਣੇ ਬੰਦਿਆਂ ਨੂੰ ਵੀ ਭਾਈ ਸਰਕਾਰ ਨੇ ਸਾਨੂੰ VOTING ਕਰਨ ਨੂੰ ਕਿਹਾ, ਕੱਲ ਨੂੰ ਸਾਰੇ ਬੰਦੇ ਪਹੁੰਚੋ, ਕੱਲ ਦੇਖਦੇ ਆ ਇਹਨਾਂ ਦੇ ਕਿੰਨੇ ਕੁ ਬੰਦੇ ਤੁਸੀਂ ਕਿਵੇਂ ਸਾਰਿਆਂ ਨੂੰ ਆਪਣੇ ਨਾਲ ਜੋੜ ਲਿਆ ਜਗਬੀਰ ਜੀ? ਉਹੀ ਸਮਝਣਾ ਚਾਹ ਰਹੇ ਆ ਕਿ ਹੁਣ ਕਿਸੇ ਦਾ ਕੋਈ ਪ੍ਰੋਬਲਮ ਹੋ ਸਕਦੀ ਹੈ, ਘਰ ਕਿਸ ਦੇ ਪਰਿਵਾਰ ਦੇ ਵਿੱਚ ਕੋਈ ਸਾਂਭਣ ਵਾਲਾ ਬੱਚਿਆਂ ਨੂੰ ਨਾ ਹੋਵੇ, 50 ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਲੋਕਾਂ ਨੂੰ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਵੀ ਨਹੀਂ ਆਇਆ ਉਹ ਸਾਡੇ ਨਾਲ ਹੈ। 8-8000 ਦੇ ਇਕੱਠ ਨਾਲ ਧਰਨੇ ਦਿੱਤੇ ਨੇ, ਉਦੋਂ ਤਾਂ ਪ੍ਰੋਬਲਮਾਂ ਨਹੀਂ ਹੋਈਆਂ, ਹੁਣ ਇੱਕਦਮ ਸਾਰੇ ਦੀ ਕੋਈ ਪ੍ਰੋਬਲਮ ਥੋੜਾ ਹੋ ਸਕਦੀ ਆ। ਠੀਕ ਹੈ ਅਜਮੇਰ ਜੀ, ਪ੍ਰਿੰਸ ਜੀ ਥੋੜਾ ਜਿਹਾ ਹੋਰ ਇੰਤਜ਼ਾਰ ਕਰਿਓ। ਅਜਮੇਰ ਜੀ ਠੀਕ ਹੈ ਸਰ, ਇੱਕ ਤਾਂ ਨਾ ਇੱਕ ਕਰਕੇ ਰੱਖੋ ਪੁਆਇੰਟ, ਲੋਕਾਂ ਨੂੰ ਸਮਝ ਆਵੇ। ਦੇਖੋ ਬਹੁਤ ਸਾਰੇ ਟੀਚਰ ਵੀ ਦੇਖ ਰਹੇ ਹੋਣਗੇ, ਜਿਹੜੀਆਂ ਤੁਹਾਡੀ ਜਥੇਬੰਦੀਆਂ ਨਾਲ ਲੋਕ ਜੁੜੇ ਹੋਏ ਨੇ ਉਹ ਵੀ ਦੇਖ ਰਹੇ ਹੋਣਗੇ, ਇਸ ਕਰਕੇ ਇੱਕ ਕਰਕੇ ਗੱਲ ਰੱਖੋ, ਲੋਕਾਂ ਨੂੰ ਸਮਝ ਆਵੇ। ਅਜਮੇਰ ਜੀ ਸਰ ਮੇਰਾ ਇੱਕੋ ਸਵਾਲ ਆ, ਸਰਕਾਰ ਨਾਲ ਜਦੋਂ ਸਾਡਾ ਵਾਅਦਾ ਹੋਇਆ ਸੀ 2 ਸਾਲ ਪਹਿਲਾਂ, ਅਜਮੇਰ ਕਿੱਥੇ ਸੁੱਤਾ ਪਿਆ ਸੀ? ਉਸ ਟਾਈਮ ਕਿ ਉਹਨੂੰ ਹੁਣ ਪ੍ਰਧਾਨਗੀ ਚਮਕਾਉਣ ਦਾ ਇਹਨੂੰ ਮੌਕਾ ਮਿਲ ਗਿਆ, ਕਿਉਂਕਿ ਲੋਕ ਵਿਚਾਰੇ ਕਿਸੇ ਕਾਰਨ ਕਰਕੇ ਲਮਕ ਗਏ। ਫਾਲਤੂ ਗੱਲਾਂ ਨਾ ਤਾਂ ਮੈਂ ਤੇਰੀਆਂ ਅੱਜ ਸੁਣਾ ਤੇ ਨਾ ਸੁਣਾ ਕੱਲ। ਠੀਕ ਹੈ ਠੀਕ ਹੈ, ਇੱਕ ਸੈਕਿੰਡ ਰੁਕ ਜਾਓ ਵੀਰ ਜੀ, ਗੱਲ ਇੱਕ ਸੈਕਿੰਡ ਰੁਕ ਜਾਓ, ਇੱਕ ਸੈਕਿੰਡ ਰੁਕ ਜਾਓ। ਹੁਣ ਅਜਮੇਰ ਜੀ ਤੁਸੀਂ ਪ੍ਰਿੰਸ ਜੀ ਮੈਂ ਉਹਨਾਂ ਤੁਹਾਡੇ ਕੋਲ ਇੱਕ ਸੈਕਿੰਡ। ਜਗਬੀਰ ਜੀ ਐਵੇਂ ਨਹੀਂ ਹੁੰਦੀ ਨਾ ਗੱਲ, ਸਮਾਂ ਖਤਮ ਹੋ ਜਾਏਗਾ ਮੇਰੇ ਕੋਲ। ਬਿਲਕੁਲ ਅਜਮੇਰ ਜੀ ਤੁਸੀਂ ਬੋਲੋ, ਥੋੜਾ ਜਿਹਾ ਤੱਥਾਂ ਦੇ ਉੱਤੇ ਰਹੋ ਤਾਂ ਕਿ ਆਪਾਂ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਹੁੰਦੀਆਂ ਉਹ ਬਾਅਦ ਚ ਹੁੰਦੀਆਂ ਰਹਿਣਗੀਆਂ। ਤੱਥਾਂ ਦੇ ਉੱਤੇ ਰਹੋ, ਸਮਾਂ ਪੂਰਾ ਆਪਣੇ ਕੋਲ। ਅਜਮੇਰ ਜੀ ਸਰ ਇਹ ਜਿਹੜੀ ਗੱਲ ਕਰਦੇ ਪ੍ਰਧਾਨਗੀ ਦੀ, ਮੈਨੂੰ ਪ੍ਰਧਾਨਗੀ ਦੀ ਕੋਈ ਇੱਛਾ ਨਹੀਂ। ਆ ਜਿਹੜੇ ਲੋਕ ਆ ਇਹਨਾਂ ਦੀ ਆ ਕੇ ਹਾਲਤ ਦੇਖ ਲੈਣ। ਕੱਚੇ ਅਧਿਆਪਕਾਂ ਨੇ 20 ਸਾਲ ਕੱਚੇ ਅਧਿਆਪਕਾਂ ਨੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਾਇਆ ਹੈ, ਹੁਣ ਇਹ ਟੈਸਟ ਦੇ ਵਿੱਚ ਲੰਘਣ ਦੇ ਯੋਗ ਹਨ ਜਾਂ ਨਹੀਂ ਹਨ? ਤੁਸੀਂ VOTING ਕਰਵਾ ਲਓ। ਨਹੀਂ ਹਨ ਦੇ ਵਿੱਚ ਜੇ ਅਜਮੇਰ ਔਲਖ ਗੁੰਮਰਾਹ ਕਰ ਰਹੇ ਲੋਕਾਂ ਨੂੰ ਜਾਂ ਗਗਨ ਪ੍ਰਧਾਨ ਗੁੰਮਰਾਹ ਕਰ ਰਹੀ ਆ, ਤੁਸੀਂ VOTING ਕਰਵਾ ਲਓ ਕਿ ਕੱਚੇ ਅਧਿਆਪਕ ਟੈਸਟ ਦੇਣ ਲਈ ਤਿਆਰ ਹਨ ਜਾਂ ਨਹੀਂ। ਨਹੀਂ ਦੇ ਵਿੱਚ ਇਹਨਾਂ ਦਾ ਆਨਸਰ ਆਊਗਾ ਤੇ ਹਾਂ ਦੇ ਵਿੱਚ ਇਹਨਾਂ ਦਾ ਆਊਗਾ ਤੇ ਨਹੀਂ ਦੇ ਵਿੱਚ ਮੇਰਾ ਆਊਗਾ। ਤੁਸੀਂ VOTING ਕਰਵਾ ਲਓ, ਦੁੱਧੋਂ ਪਾਣੀ ਹੁਣ ਛਣ ਜਾਂਦਾ 10 ਮਿੰਟਾਂ 'ਚ। ਨਹੀਂ ਠੀਕ ਹੈ, ਦੇਖੋ ਪ੍ਰੈਕਟੀਕਲ ਗੱਲ ਕਰੀਏ ਨਾ ਕਿ VOTING ਹੁਣ ਕਿਸ ਤਰੀਕੇ ਨਾਲ, VOTING ਤਾਂ ਹਿੰਦੁਸਤਾਨ ਦੇ ਵਿੱਚ EVM ਤੇ ਸਵਾਲ ਉੱਠ ਜਾਂਦੇ ਨੇ। ਹੁਣ ਜੇ ਕੋਈ VOTING ਹੋ ਵੀ ਜਾਵੇ ਉਹ ਕਿੰਨੀ ਕੁ ਆਥੈਂਟਿਕ ਹੋਏਗੀ? ਜਿਹੜੀ ਇਹ ਪ੍ਰਧਾਨਗੀ ਦੀ ਗੱਲ ਕਰਦੇ ਆ, ਪ੍ਰਧਾਨਗੀ ਦਾ ਕੀੜਾ ਤਾਂ ਇਹਨਾਂ ਨੂੰ ਨਹੀਂ ਦਿਨ ਰਾਤ ਟਿਕਣ ਦਿੰਦਾ। ਕਦੇ ਕਿਸੇ ਦੇ ਮੋਢਿਆਂ ਤੇ ਛੱਡ ਦੋ ਸਰ ਪ੍ਰਧਾਨਗੀ, ਉਹ ਛੱਡ ਦੋ ਸਰ। ਲੋਕ ਚੜੇ ਹੋਏ ਨੇ PSCB ਦੀ ਬਿਲਡਿੰਗ ਦੇ ਉੱਤੇ। ਕੋਈ ਉੱਥੇ ਬੈਠਾ ਹੋਵੇ, ਇੱਕ ਵਾਰੀ ਜਾ ਕੇ ਤਾਂ ਦੇਖ ਲਓ।
ਗਰਮੀ ਦਾ ਮੌਸਮ ਹੈ, 2 ਘੰਟੇ ਮੀਂਹ ਪੈਣ ਤੋਂ ਬਾਅਦ ਉੱਥੇ ਹਾਲ ਕੀ ਹੋਇਆ ਹੋਏਗਾ? ਲੋਕਾਂ ਦੀਆਂ ਜਾਨਾਂ ਤੇ ਬਣੀਆਂ ਇਹ ਗੱਲਾਂ ਪ੍ਰਧਾਨਗੀਆਂ ਦੀਆਂ ਕਰਦੇ ਆ। 1 ਸੈਕਿੰਡ ਰੁਕ ਜਾਓ ਸਰ, ਛੱਡ ਦਿਓ ਪ੍ਰਧਾਨਗੀ। ਹਾਂ, ਲੋਕਾਂ ਦੀਆਂ ਜਾਨਾਂ ਤੇ ਉਹੀ ਤਾਂ ਗੱਲ ਹੈ ਸਰ, ਮੈਂ ਵੀ ਤਾਂ ਉਹੀ ਗੱਲ ਕਰ ਰਿਹਾ ਹਾਂ ਕਿ ਪ੍ਰਧਾਨਗੀ ਕਿਸੇ ਯੂਨੀਅਨ ਦੀ ਹੋ ਸਕਦੀ ਹੈ ਨਾ। ਜੇ ਲੋਕਾਂ ਦੀ ਨਹੀਂ ਸੁਣੀ, ਤੁਸੀਂ ਆਪਣੇ ਨੁਮਾਇੰਦਿਆਂ ਦੀ ਨਹੀਂ ਸੁਣੀ, ਫਿਰ ਕਾਦੀ ਪ੍ਰਧਾਨਗੀ ਦਾ ਇੱਕ ਨਹੀਂ? ਜਗਵੀਰ ਜੀ, ਸਵਾਲ ਤਾਂ ਤੁਹਾਡੇ ਸਾਹਮਣੇ ਵੀ ਹੈ ਕਿ ਤੁਸੀਂ ਪ੍ਰਧਾਨ ਬਣਾ ਦਿੱਤੇ ਜਾਂ ਤੁਹਾਨੂੰ ਕੋਈ ਅਹੁਦਾ ਦੇ ਦਿੱਤਾ, ਤੁਹਾਡੇ 1500 2000 ਜਾਂ 15000 ਲੋਕ ਉਸ ਫੈਸਲੇ ਤੋਂ ਮੁਨਕਰ ਨੇ ਜਿਹੜਾ ਫੈਸਲਾ ਤੁਸੀਂ ਸਰਕਾਰ ਨਾਲ ਕਰਕੇ ਆ ਗਏ, ਫਿਰ ਕਾਦੀ ਪ੍ਰਧਾਨਗੀ? ਕਿਹੜੀ ਪ੍ਰਧਾਨਗੀ? ਪ੍ਰਿੰਸ ਖੁੱਲਰ ਜੀ, ਇਹ ਕੁਐਸਚਨ ਮੇਰਾ ਜੀ। 1 ਸੈਕਿੰਡ ਸਰ, ਖੁੱਲਰ ਸਾਹਿਬ। ਹਾਂ, ਗੱਲ ਇਹ ਆ ਗੌਰਵ ਜੀ, ਗੱਲ ਇਹ ਆ, ਇਹ ਦੇਖੋ ਹੁਣ ਇਹ ਅਜਮੇਰ ਜੀ ਆ ਗਏ ਆ, ਪਹਿਲਾਂ ਦਵਿੰਦਰ ਜੀ ਆ ਗਏ ਸੀ। ਇਹ ਯੂਨੀਅਨ ਵਾਲਿਆਂ ਨੂੰ ਨਾ ਲੀਡਰਗਿਰੀ ਦੀ ਆਦਤ ਪਈ ਹੈ, ਠੀਕ ਹੈ ਜੀ। ਜਦੋਂ ਇਹ 8-8 10-10 ਹਜ਼ਾਰ ਦੇ ਧਰਨੇ ਲਾਉਂਦੇ ਰਹੇ ਆ, ਉਦੋਂ ਤੇ ਇਹਨਾਂ ਨੂੰ ਇਹ ਚੇਤਾ ਨਹੀਂ ਆਇਆ। ਇਹ ਸਿਰਫ ਉਹ ਬੰਦੇ ਨੇ ਗੌਰਵ ਜੀ ਜਿਹੜੇ ਟੈਸਟ ਨਹੀਂ ਦੇਣਾ ਚਾਹੁੰਦੇ, ਇਹ ਸਰਕਾਰ ਤੇ ਦਬਾਅ ਬਣਾ ਰਹੇ ਨੇ। ਮੈਂ ਹੁਣ ਇਸ ਵੇਲੇ ਆਫੀਸ਼ੀਅਲ ਟਾਈਮ ਮੈਂ ਲੈਟਰ ਵੀ ਮੰਗਾਈ ਹੈ ਜਿੱਥੇ ਇਹਨਾਂ ਨੇ ਸਾਈਨ ਕੀਤੇ ਨੇ। ਮੈਂ ਤੁਹਾਨੂੰ ਲੈਟਰ ਵੀ WhatsApp ਕਰ ਸਕਦਾ। ਉੱਥੇ 50 ਬੰਦੇ ਨੇ। ਉਹ ਤਾਂ ਸਰ ਕਹਿੰਦੇ ਤੁਹਾਡੇ ਨੁਮਾਇੰਦੇ ਸੀਗੇ, ਸਰਕਾਰ ਦੇ ਬੰਦੇ ਸੀ ਕਹਿੰਦੇ। ਗੌਰਵ ਜੀ ਮੇਰੀ ਗੱਲ ਸੁਣੋ, ਇਹਨਾਂ ਨੂੰ ਤੇ ਕੋਈ ਗੱਲ ਹੈ ਨਹੀਂ ਕਹਿਣ ਦੀ। ਇਹਨਾਂ ਨੇ ਇਹੋ ਹੀ ਕਹਿਣਾ ਕਿ ਸਰਕਾਰ ਦੇ ਬੰਦੇ ਨੇ, ਇਹਨਾਂ ਨੇ ਇਹੋ ਹੀ ਇਲਜ਼ਾਮ ਲਾਉਣਾ ਵਾ ਕਿ ਸਰਕਾਰ ਦੇ ਬੰਦੇ ਨੇ। ਨਹੀਂ ਸਰ, ਸਿਆਸਤਦਾਨ ਤਾਂ ਸੜਕਾਂ ਤੇ ਜਾਂ ਕਿਸੇ ਬਿਲਡਿੰਗ ਦੇ ਉੱਤੇ ਚੜੇ ਨਜ਼ਰ ਨਹੀਂ ਆਉਂਦੇ। ਉਹ ਵੀ ਤਾਂ ਸਿਆਸਤ ਕਰਦੇ ਨੇ, ਉਹ ਵੀ ਤਾਂ ਪ੍ਰਧਾਨਗੀਆਂ ਦੇ ਲਈ ਸਭ ਕੁਝ ਕਰਦੇ ਨੇ ਨਾ। ਅੱਜ ਕੋਈ ਜਾ ਕੇ ਲੀਡਰ ਕੋਈ ਚੜ ਗਿਆ ਉੱਪਰ PSCB ਦੀ ਬਿਲਡਿੰਗ ਤੇ, ਤੁਹਾਨੂੰ ਲੱਗਦਾ ਕਿ ਇਹ ਪ੍ਰਧਾਨਗੀਆਂ ਚਮਕਾਉਣ ਨੂੰ ਕਰ ਰਹੇ ਨੇ? ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਸੋਚੇ? ਤੁਹਾਨੂੰ ਲੱਗਦਾ ਕਿਸਾਨ ਉੱਥੇ ਪ੍ਰਦਰਸ਼ਨ ਕਰ ਰਹੇ ਨੇ, ਕੇਂਦਰ ਦੀ ਸਰਕਾਰ ਸੁਣ ਨਹੀਂ ਰਹੀ, ਪਰ ਜੇ ਇੱਥੇ ਇਹ ਪ੍ਰਦਰਸ਼ਨ ਕਰ ਰਹੇ ਨੇ, ਤੁਹਾਨੂੰ ਲੱਗਦਾ ਲੀਡਰੀ ਚਮਕਾਉਣ? ਜਵਾਬ ਦਿਓ ਜੀ ਗੌਰਵ ਜੀ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਅਸੀਂ ਇਹਨਾਂ ਦੀ ਗੱਲ ਕਦੋਂ ਨਹੀਂ ਸੁਣੀ? ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ, ਸਰਕਾਰੀ ਜ਼ਿੰਮੇਵਾਰੀ ਨਾਲ ਮੈਂ ਰਿਪਰੈਜ਼ੈਂਟ ਕਰ ਰਿਹਾ ਸਰਕਾਰ ਨੂੰ। ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ ਇਹ ਬੰਦੇ ਮੰਨ ਕੇ ਆਏ ਇਹ ਗੱਲਾਂ ਕਿ ਜੀ ਸਾਨੂੰ ਜਿਹੜਾ ਹੈਗਾ ਇੱਥੋਂ ਟ੍ਰੇਨਿੰਗ ਕਰਾਤੀ ਜਾਵੇ, ਜਿਹੜਾ ਇਹ ਟੈਸਟ ਹੈ DE ਉਹ ਅਸੀਂ ਕਰਾਂਗੇ, ਤੁਸੀਂ ਸਾਡਾ ਬਾਅਦ ਚ ਟੈਸਟ ਲੈ ਕੇ ਸਾਨੂੰ ਪੱਕਿਆ ਕਰ ਦਿਓ। ਚਲੋ ਠੀਕ ਹੈ ਜੀ, ਏਜ ਦੀ ਰਿਲੈਕਸੇਸ਼ਨ ਉਹ ਵੀ ਤੁਹਾਡੀ ਗੱਲ ਮੰਨ ਲਈ। ਮੇਰੇ ਕੋਲ ਸਮਾਂ ਖਤਮ ਹੋ ਰਿਹਾ, ਮੈਂ ਇੱਕ ਰਿਐਕਸ਼ਨ ਲਾਸਟ ਲਵਾਂਗਾ ਖੁੱਲਰ ਸਾਹਿਬ ਤੁਹਾਡੇ ਤੋਂ। ਮੇਰੇ ਕੋਲ 2 ਪੁਆਇੰਟ ਨੇ। ਪਹਿਲਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲ ਮੰਨ ਲਈ, ਪਰ ਜੇ 12-13 ਹਜ਼ਾਰ ਲੋਕ ਸਹਿਮਤ ਨਹੀਂ ਹੈਗੇ ਤਾਂ ਬਹੁਤ ਵੱਡੀ ਗਿਣਤੀ ਹੈ 12-13 ਹਜ਼ਾਰ ਦੀ। ਦੂਜੀ ਗੱਲ ਸਰ, 6000 ਰੁਪਏ ਉਹਦਾ ਜਵਾਬ ਤਾਂ ਦੇ ਦਿਓ। ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ, ਤੁਸੀਂ ਇੱਕ ਤਾਂ ਜਵਾਬ ਦੇ ਦਿਓ ਕਿ 6000 ਰੁਪਏ ਨਾਲ ਕਿਸ ਦਾ ਘਰ ਚੱਲ ਸਕਦਾ? ਜੇ ਨਹੀਂ ਚੱਲ ਸਕਦਾ ਤਾਂ ਸਰਕਾਰ ਉਹ ਤਾਂ ਸੁਣ ਲਵੇ ਨਾ। ਠੀਕ ਹੈ, ਟੈਸਟ ਹੋਏਗਾ, ਸਭ ਕੁਝ ਹੋਏਗਾ। ਮੈਂ ਤੁਹਾਡੀ ਸਾਰੀ ਗੱਲ ਮੰਨ ਗਿਆ, ਤੁਸੀਂ ਸਰਕਾਰ ਦੀ ਵੀ ਇਹ ਦੇਖੋ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਸਰਕਾਰ ਦੇ ਵਸੀਲੇ ਨੇ, ਜੋ ਕੰਟਰੈਕਚੁਅਲ ਅਪਾਇੰਟਮੈਂਟਾਂ ਹੋਈਆਂ ਨੇ, ਉਹਦੇ ਮੁਤਾਬਕ 10 ਸਾਲ ਦੀ ਗੱਲ ਤੇ ਨਹੀਂ ਕਰਦੇ ਪਿੱਛੇ ਕਿ ਅਕਾਲੀ ਦਲ, ਬਾਦਲ ਤੇ BJP ਵਾਲੇ ਕੀ ਕਰਕੇ ਗਏ। ਠੀਕ ਹੈ ਜੀ, ਅਸੀਂ ਇਹਨਾਂ ਨੂੰ ਕੱਲ ਦਾ ਮੀਟਿੰਗ ਦਾ ਟਾਈਮ ਦਿੱਤਾ ਮੰਤਰੀ ਜੀ ਨੇ ਔਰ ਸਾਡੇ ਜਿਹੜੇ ਸਿੱਖਿਆ ਸਕੱਤਰ ਨੇ। ਇਹ ਕਿਉਂ ਆੜੇ ਨੇ ਅੱਜ ਦੀ ਇਸ ਗੱਲ ਤੇ? ਜੇ ਇਹਨਾਂ ਨੂੰ ਇੰਨੀ ਦੇਰ, ਇਹ ਸਿਰਫ ਗੌਰਵ ਜੀ ਬਲੈਕਮੇਲ ਕਰ ਰਹੇ ਆ। ਇਹ ਸਿਰਫ 27 ਤਰੀਕ ਦੇ ਟੈਸਟੋਂ ਭੱਜ ਰਹੇ ਆ। ਇਹ ਉਹ ਸਪਲੀਆਂ ਵਾਲੇ ਬੰਦੇ ਨੇ ਕਿ ਅਸੀਂ ਟੈਸਟ ਨਹੀਂ ਦੇਣਾ, ਸਾਨੂੰ ਗਵਰਨਮੈਂਟ ਸਿੱਧਾ ਪੱਕਿਆ ਕਰ ਦੇ। ਇਹ ਕਿਹੜੀ ਕਿਤਾਬ 'ਚ ਲਿਖਿਆ? ਜੀ ਕੋਈ ਰੂਲਸ ਨੇ ਸਰਕਾਰ ਦੇ? ਬਿਲਕੁਲ ਕਿਤਾਬ 'ਚ ਲਿਖਿਆ ਹੈ ਕਿ ਜਿਹੜੇ ਕੰਮ ਕੀਤਾ ਬਾਨੂੰ ਜਾ ਕੇ ਮੈਂ ਤਾਂ ਵਾਰ-ਵਾਰ ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਨਾ ਕਿ ਮੈਨੂੰ ਕੋਈ ਅੱਜ ਕਹਿ ਦੇਵੇ ਕਿ ਟੈਸਟ ਦੇ ਦਿਓ, ਮੈਂ ਕਿਹੜਾ ਟੈਸਟ ਦੇ ਦੂੰਗਾ? ਅੱਜ ਮੇਰੇ ਕੋਲ ਹੋਰ ਕੰਮਾਂ ਤੋਂ ਵੇਲ ਨਹੀਂ ਹੈਗਾ। ਤੁਸੀਂ ਮੈਨੂੰ ਕਹੋ ਕਿ ਮੈਨੂੰ ਪੜਨ ਲੱਗ ਜਾ ਤੇ ਤੇਰਾ 15 ਦਿਨ ਨੂੰ ਕੋਈ ਟੈਸਟ ਹੈ। ਕੁਐਸਚਨ ਮੇਰੇ ਕੋਲ ਪ੍ਰੈਕਟੀਕਲ ਗੱਲ ਹੈ ਨਾ ਸਰ। ਨਹੀਂ ਠੀਕ ਹੈ ਅਜਮੇਰ ਜੀ, ਮੈਂ ਠੀਕ ਹੈ ਪ੍ਰਿੰਸ ਜੀ, ਤੁਹਾਡਾ ਜਵਾਬ ਆ ਗਿਆ। ਸਰ ਇੱਕ ਗੱਲ ਦੱਸੋ, ਜਿਸ ਦਿਨ 27 ਦਸੰਬਰ 2015 ਨੂੰ ਕੈਪਟਨ ਅਮਰਿੰਦਰ ਸਿੰਘ ਸਾਡੇ ਧਰਨੇ 'ਚ ਆਏ ਸੀ, ਉਦੋਂ ਇਹ ਕਿਉਂ ਗੱਲ ਬੋਲ ਕੇ ਗਏ ਸੀ ਵੀ ਸਾਡੀ ਸਰਕਾਰ ਆਉਂਦੇ ਅਸੀਂ ਪਹਿਲਾਂ ਹੀ ਪੱਕੇ ਕਰਾਂਗੇ, ਜਦ ਕਿ ਇਹਨਾਂ ਨੇ ਫੁੱਲ ਨੌਲੇਜ ਲਿਆ ਸੀ, ਫੁੱਲ ਨੌਲੇਜ ਲਿਆ ਸੀ। ਸਰਕਾਰ ਭੱਜ ਰਹੀ ਹੈ ਆਪਦੀ ਗੱਲ ਤੋਂ। ਠੀਕ ਹੈ, ਦੱਸੋ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੁੱਛ ਕੇ ਆਏ ਸਾਡੇ ਤੋਂ, ਸਾਡੇ ਨੌਲੇਜ ਲੈ ਕੇ ਕਿਵੇਂ ਰਿਕਰੂਟਮੈਂਟ ਹੋਈ। ਅੱਜ ਇਹ ਕਹਿੰਦੇ ਆ, ਗਵਰਨਮੈਂਟ ਕਹਿੰਦੀ ਹੈ ਵੀ ਇਹ ਬਿਨਾਂ ਹੁਣ ਸਰਕਾਰ ਦੇ ਨਾਲ ਗੱਲਬਾਤ ਕਰੋਗੇ ਕਿ ਨਹੀਂ? ਸਰ ਸਰਕਾਰ ਨਾਲ ਅਸੀਂ ਸਵੇਰ ਦੀ ਅਪੀਲ ਕਰ ਰਹੇ ਹਾਂ ਗਵਰਨਮੈਂਟ ਕੋਲੇ ਵੀ ਸਾਡੀ ਗੱਲ ਸੁਣ ਲਓ। ਇਹਨਾਂ ਦਾ ਸਮਾਂ ਸਾਡੀਆਂ ਜਾਨਾਂ ਨਾਲੋਂ ਕੀਮਤੀ ਹੋ ਗਿਆ। ਇਹ ਉਲਟੇ ਹੁਣ ਸ਼ਾਮ ਨੂੰ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਦੇ ਉੱਤੇ ਦੋਸ਼ ਲਾ ਰਹੇ ਆ ਸਾਡੇ ਉੱਤੇ। ਸਾਡੀਆਂ ਜਾਨਾਂ ਦੇ ਬਣੀਆਂ, ਇਹ ਸਾਡੇ ਨਾਲ ਆਹ ਗੱਲਾਂ ਕਰਦੇ ਪਏ। ਹੈਰਾਨ ਆ ਮੈਂ ਤਾਂ ਇਸ ਗੱਲ ਦੇ ਉੱਤੇ। ਠੀਕ ਹੈ ਪ੍ਰਿੰਸ ਜੀ ਇੱਕ ਛੋਟਾ ਜਿਹਾ ਰਿਐਕਸ਼ਨ ਸਰ 20 ਸੈਕਿੰਡਸ ਦੇ ਵਿੱਚ ਮੈਂ ਵਾਈਂਡ ਅਪ ਕਰੂੰਗਾ। ਗੌਰਵ ਜੀ, ਕੋਈ ਸਰਕਾਰ ਇਹਨਾਂ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਹੈਗੀ ਆ। ਅਸੀਂ ਪੂਰਾ ਇਹਨਾਂ ਦਾ ਮੁੱਦਾ ਜਿਹੜਾ ਸੰਵੇਦਨਸ਼ੀਲ ਆ, ਅਸੀਂ ਇਹਦੇ ਤੇ ਪੂਰਾ ਕੰਮ ਕੀਤਾ। ਜੋ ਇਹਨਾਂ ਨੇ ਗੱਲਾਂ ਕਹੀਆਂ ਮੰਨੀਆਂ। 27 ਤਰੀਕ ਨੂੰ ਟੈਸਟ ਰੱਖਿਆ ਜੀ, ਸਰਕਾਰ ਸਾਡੀ ਗੱਲ ਸੁਣੇ। ਸਰ ਇਹ ਕੁਐਸਚਨ ਦੁਬਾਰੇ ਮੇਰੇ ਕੋਲ ਲੈ ਕੇ ਆਓ ਜੀ ਦੇ ਜਿਵੇਂ ਨੇ। ਉਹ ਯਾਰ ਇੱਕ ਮਿੰਟ ਚੁੱਪ ਕਰੋ, ਇੱਕ ਮਿੰਟ ਚੁੱਪ ਕਰੋ ਅਜਮੇਰ ਜੀ, ਚੁੱਪ ਕਰੋ ਇੱਕ ਮਿੰਟ। ਜਿਹੜੀ ਗੱਲ ਹੈਗੀ ਗੌਰਵ ਜੀ,
ਉਹਦੇ 'ਚ ਸਾਰੀਆਂ ਇਹਨਾਂ ਦੀਆਂ ਗੱਲਾਂ ਮੰਨ ਕੇ ਜੋ ਨਾਰਮ ਬਣਾਇਆ ਗਿਆ ਉਹਦੇ ਤਹਿਤ ਸਾਰਾ ਕੰਮ ਹੋਇਆ। ਫਿਰ ਇਹਨਾਂ ਨੂੰ ਕਹਿਤਾ ਕਿ ਕੱਲ ਤੁਹਾਡੀ ਮੀਟਿੰਗ ਹੋ ਜਾਏਗੀ ਮੰਤਰੀ ਜੀ ਨਾਲ, ਮੰਤਰੀ ਜੀ ਆਪਣੇ ਹਲਕੇ 'ਚ ਨੇ, ਉਹ ਕਈ ਪੋਲੀਟੀਕਲ ਬੰਦਿਆਂ ਨੂੰ ਹੋਰ ਵੀ ਕੰਮ ਨੇ, ਤੁਹਾਡੇ ਨਾਲ ਮੀਟਿੰਗ ਹੋ ਜੂਗੀ। ਇਹ ਕੋਈ ਤਰੀਕਾ ਥੋੜੀ ਹੈ ਜੀ ਅਸੀਂ ਉੱਥੇ ਛੱਤਾਂ ਤੇ ਚੜ ਜਾਈਏ ਤੇ ਉੱਥੇ ਕਹਿ ਦਈਏ ਜੀ ਕੈਰੋਸਿਨ ਨਾਲ ਅੱਗ ਲਾ ਲੈਣੀ ਹੈ ਜੀ। ਸਰ ਇੱਕ ਮਿੰਟ ਸੁਣੋ ਜੀ ਸਰ, ਅਜਮੇਰ ਜੀ ਕੀ ਲਾਸਟ ਰਿਐਕਸ਼ਨ ਦੇ ਦਿਓ 20 ਸੈਕਿੰਡਸ ਦਾ। ਹੁਣ ਗੱਲਬਾਤ ਕਰਨੀ ਹੈ ਕਿ ਨਹੀਂ ਸਾਹਿਬ? ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਸਵੇਰ ਦੇ ਤਿਆਰ ਹਾਂ। ਈਵਨ ਕਿ ਅਸੀਂ ਤਾਂ ਪਲ ਪਲ ਘਰ ਤੋਂ ਵੀ 3 ਵਾਰ ਮੀਟਿੰਗਾਂ ਇਹਨਾਂ ਨੇ ਦੇ ਕੇ ਸਾਨੂੰ 3 ਵਾਰ ਮੀਟਿੰਗ ਦਾ ਸਮਾਂ ਦੇ ਕੇ ਡੀਸੀ ਪਟਿਆਲਾ, ਡੀਸੀ ਸੰਗਰੂਰ ਨੇ ਰਿਟਨ ਸਮਾਂ ਦੇ ਕੇ ਸਾਡੇ ਨਾਲ 3 ਵਾਰੀ ਮੀਟਿੰਗਾਂ ਜਿਹੜੀਆਂ ਪੋਸਟਪੋਨ ਕੀਤੀਆਂ। ਪੁੱਛੋ ਗਵਰਨਮੈਂਟ ਨੂੰ, ਪੁੱਛੋ ਇਹਨਾਂ ਨੂੰ ਜੀ। 3 ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਸਾਨੂੰ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੁੱਕਿਆ ਕਿਉਂਕਿ ਬਹਿਸ ਤਾਂ ਆਪਾਂ ਜਿੰਨੀ ਮਰਜ਼ੀ ਕਰਦੇ ਰਹੀਏ, ਖਿੱਚਦੇ ਰਹੀਏ। ਤੁਹਾਡੇ ਚੈਨਲ ਦੇ ਉੱਤੇ ਮੈਂ ਦਿਖਾ ਰਿਹਾ, ਪਰ ਜੋ ਟੈਸਟ ਰੱਦ ਕਰਾਉਣ ਦੀ ਗੱਲ ਆ ਜਾਂ ਝੂਠ ਇੱਕ ਮਿੰਟ ਜੀ ਚੈਨਲ ਤੇ ਦਿਖਾ ਰਿਹਾ। ਨਹੀਂ ਜਗਬੀਰ ਜੀ, ਤੁਸੀਂ ਜਿਹੜੀਆਂ ਅੱਜ ਗੱਲਾਂ ਕਰ ਰਹੇ ਹੋ ਨਾ, ਇਹ ਪੁਆਇੰਟ ਤਾਂ ਦੇਖੋ, ਜਿਹੜਾ ਪ੍ਰਧਾਨਗੀ ਲੈਂਦਾ ਨਾ ਉਹਦੇ ਉੱਤੇ ਪੁਆਇੰਟ ਤਾਂ ਉੱਠਦਾ ਫਿਰ ਕਿ ਜੇ ਤੁਸੀਂ 12-15 ਹਜ਼ਾਰ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ ਤਾਂ ਫਿਰ ਕਾਹਦੀ ਪ੍ਰਧਾਨਗੀ ਹੋਈ ਨਾ ਉਹ। ਤੁਸੀਂ ਅੱਜ ਕਹਿ ਰਹੇ ਹੋ ਕਿ ਨਹੀਂ ਇਹ ਸਾਡੇ ਨਾਲ ਹੈ ਨਹੀਂ, ਤਾਂ ਉਹ ਕਹਿ ਰਹੇ ਕਿ ਸਾਡੇ ਸਾਰੇ ਨੁਮਾਇੰਦੇ ਖੜੇ ਨੇ, 1000 ਬੰਦਾ ਉੱਥੇ ਪਹੁੰਚਿਆ ਹੋਇਆ, 1000-1500, ਤੇ ਉਹ ਕਹਿ ਰਹੇ ਕਿ 12-15 ਹਜ਼ਾਰ ਘਰ ਬੈਠਾ ਹੈ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕ ਰਿਹਾ ਸਾਰੇ ਮਹਿਮਾਨਾਂ ਨੂੰ। ਇਹ ਪੂਰਾ ਚਰਚਾ ਨੂੰ ਆਪਾਂ ਨੂੰ ਇੱਥੇ ਹੀ ਵਾਈਂਡ ਅਪ ਕਰਨਾ ਹੋਏਗਾ। ਠੀਕ ਹੈ ਅਜਮੇਰ ਜੀ, ਮਾਫੀ ਚਾਹੂੰਗਾ, ਵਿਚਾਲੇ ਰੋਕਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜੀ। ਜਗਬੀਰ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਪ੍ਰਿੰਸ ਖੁੱਲਰ ਜੀ ਤੁਹਾਡਾ ਵੀ ਧੰਨਵਾਦ। ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਮਾਮਲੇ ਨੂੰ ਸਮਝ ਸਕੀਏ। ਹੁਣ ਪੂਰਾ ਮਾਮਲਾ ਕੀ ਹੈ? ਪੂਰਾ ਮਾਮਲਾ ਇਹ ਹੈ ਕਿ ਸਰਕਾਰ ਕਹਿੰਦੀ ਹੈ ਕਿ ਇਹਨਾਂ ਦੀ ਇੱਕ ਯੂਨੀਅਨ ਸੀ ਜੋ ਪਹਿਲਾਂ ਆ ਕੇ, ਜਿਹੜੇ ਮੁਲਾਜ਼ਮ ਅੱਜ ਕੱਚੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਨੇ, ਇਹਨਾਂ ਦੀ ਇੱਕ ਯੂਨੀਅਨ ਦੇ ਕੁਝ ਨੁਮਾਇੰਦੇ ਆ ਕੇ ਪਹਿਲਾਂ ਮਿਲੇ 2 ਸਾਲ ਪਹਿਲਾਂ। ਉਹਨਾਂ ਨੇ ਇੱਕ ਸ਼ਰਤਾਂ ਦੇ ਉੱਤੇ ਹਾਮੀ ਭਰ ਦਿੱਤੀ, ਗੱਲਬਾਤ ਫਾਈਨਲ ਹੋ ਗਈ ਕਿ ਟੈਸਟ ਦੇਣਾ ਹੋਏਗਾ, ਟੈਸਟ ਕਲੀਅਰ ਕਰੋ। ਤੇ ਹੁਣ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਉਹ ਕਹਿੰਦੇ ਕਿ ਇਹ ਤਾਂ ਜਿਹੜੇ ਲੋਕ ਸਰਕਾਰ ਦੇ ਨਾਲ ਗੱਲ ਕਰਕੇ ਆ ਗਏ, ਇਹਨਾਂ ਦੇ ਨਾਲ ਸਾਡਾ ਕੋਈ ਲਾਗਾ ਤੇਗਾ ਨਹੀਂ ਸੀ। ਹੁਣ ਸਵਾਲ ਇਹ ਹੈ ਕਿ ਬੇਸ਼ੱਕ ਯੂਨੀਅਨ ਕਰ ਗਈ ਗੱਲ ਜਾਂ ਯੂਨੀਅਨ ਵਾਲੇ ਕੋਈ ਹੋਰ ਕਰ ਗਏ ਗੱਲ, ਜੋ ਵੀ ਹੋ ਗਿਆ, ਪਰ ਅੱਜ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਬਾਰੇ ਤਾਂ ਸਰਕਾਰ ਨੂੰ ਸੋਚਣਾ ਹੋਏਗਾ। ਇਹਨਾਂ ਨਾਲ ਵੀ ਸਰਕਾਰ ਨੂੰ ਗੱਲ ਤਾਂ ਕਰਨੀ ਹੋਏਗੀ ਕਿਉਂਕਿ ਇਹ ਲੋਕ ਆਪਣੇ ਘਰਾਂ ਤੋਂ ਆਏ ਹੋਏ ਨੇ, ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਛੱਡ ਕੇ ਤੇ ਖੁਦਕੁਸ਼ੀ ਦੀ ਕੋਸ਼ਿਸ਼ ਵਰਗਾ ਖਤਰਨਾਕ ਕਦਮ ਚੁੱਕ ਰਹੇ ਨੇ। ਸਾਡੀ ਅਪੀਲ ਵੀ ਇਹੀ ਹੈ ਕਿ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ। ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਲੋਕਤਾਂਤਰਿਕ ਤੁਹਾਡਾ ਹੱਕ ਹੈ, ਪ੍ਰਦਰਸ਼ਨ ਕਰੋ ਤੇ ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।